ਉਸ ਤੋਂ ਇਲਾਵਾ ਮੈਂ ਇੱਕ ਸਵਾਲ ਬੜਾ ਅਹਿਮ ਕਰੂੰਗਾ ਅੱਜ ਵੀ, ਜਿਵੇਂ ਇੱਕ ਗੱਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਗੋਲਕ ਚੋਰੀ ਕਰਦੀ ਆ। ਉਹਨਾਂ ਸਾਰਿਆਂ ਨੂੰ ਜਾਮਾ ਤਲਾਸ਼ੀ ਲੈ ਕੇ ਉਹਨਾਂ ਦੀ ਜੇਬ 'ਚ ਨਾ ਕੋਈ ਪੈਸਾ ਹੋਏਗਾ ਨਾ ਬਟੂਆ ਹੋਏਗਾ। ਜਿਹੜੇ ਉਹਨਾਂ ਦੇ ਪਹਿਲਾਂ ਵੀ ਹੁੰਦੇ ਉਹ ਵੀ ਕਢਵਾ ਲਏ ਜਾਂਦੇ, ਸਭ ਕੁਝ ਕੱਢ ਕੇ ਫਿਰ ਉਹ ਅੰਦਰ ਆਉਂਦੇ ਆ। ਉਸ ਤੋਂ ਬਾਅਦ ਭਾਵੇਂ ਕਿ ਉੱਥੋਂ ਦਾ ਮੈਨੇਜਰ ਕਿਉਂ ਨਾ ਹੋਵੇ, ਭਾਵੇਂ ਕਿ ਮੈਂ ਵੀ ਉੱਥੇ ਜਾਵਾਂ, ਮੈਂ ਉੱਥੇ ਦੇਖ ਰੇਖ ਵਾਸਤੇ ਜਾਵਾਂ, ਮੇਰੀ ਵੀ ਚੈਕਿੰਗ ਹੋਏਗੀ, ਕੋਈ ਸ਼ਰਮ ਵਾਲੀ ਗੱਲ ਨਹੀਂ। ਤੁਹਾਨੂੰ ਬਤੌਰ ਤੁਸੀਂ ਮੈਂਬਰ ਹੋ, ਤੁਹਾਡੀ ਵੀ ਚੈਕਿੰਗ, ਮੇਰੀ ਵੀ ਚੈਕਿੰਗ ਹੋਏਗੀ ਤੇ ਉਹ ਚੈਕਿੰਗ ਅਸੀਂ ਖੁਦ ਕਰਾਉਣੇ ਆ। ਇਹ ਗੱਲਾਂ ਕਹਿਣ ਦੀਆਂ ਨੇ, ਗੋਲਕ ਚੋਰ ਨੇ। ਗੋਲਕ ਚੋਰ ਦਾ ਕਹਿਣਾ ਬੜਾ ਸੌਖਾ, ਪਰ ਇਹ ਜਾ ਕੇ ਦੇਖੋ। ਅਸੀਂ ਸਾਰਿਆਂ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਵਾ, ਜਿਨ੍ਹਾਂ ਨੇ ਮਿੱਥ ਕੇ ਜਾਣ ਬੁੱਝ ਕੇ ਬਦਨਾਮ ਕਰਨ ਦੀ ਗੱਲ ਕੀਤੀ ਆ, ਉਹਨਾਂ ਦਾ ਤਾਂ ਕੋਈ ਹੱਲ ਨਹੀਂ। ਪਰ ਸੰਗਤ ਕਿਸੇ ਵੀ ਤਰ੍ਹਾਂ ਦੇਖਣਾ ਚਾਹੁੰਦੀ ਆ ਪ੍ਰਬੰਧ ਨੂੰ। ਸਤਿ ਸ੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਆਪਾਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤਾਂ ਜਿੱਥੇ ਸ਼੍ਰੋਮਣੀ ਕਮੇਟੀ ਦਾ ਥੋੜ੍ਹਾ ਚਿਰ ਪਹਿਲਾਂ 100 ਸਾਲਾ ਇਤਿਹਾਸ ਮਨਾ ਕੇ ਸਾਰਾ ਪੰਥ ਹਟਿਆ ਆ, ਔਰ 100 ਸਾਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਵੀ ਆਈਆਂ ਨੇ, ਬਹੁਤ ਸਾਰੀਆਂ ਜਿਹੜੀਆਂ ਮਾੜੀਆਂ ਗੱਲਾਂ ਵੀ ਸ਼੍ਰੋਮਣੀ ਕਮੇਟੀ ਬਾਰੇ ਆਈਆਂ ਨੇ, ਔਰ ਕਈ ਗੱਲਾਂ ਜਿਹੜੀਆਂ ਸੀ ਜਿਨ੍ਹਾਂ ਦਾ ਪੰਥ ਅੱਜ ਵੀ ਜਵਾਬ ਉਡੀਕ ਰਿਹਾ, ਲੇਕਿਨ ਜਵਾਬ ਨਹੀਂ ਦਿੱਤੇ ਗਏ। ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਤਾਂ ਗਾਹੇ ਬਗਾਹੇ ਜਾਂ ਕਿਤਾਬਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਜਾਂ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਚਾਰ ਦੇ ਮਾਧਿਅਮ ਦੇ ਰਾਹੀਂ ਸਾਹਮਣੇ ਆ ਜਾਂਦੀਆਂ ਨੇ, ਲੇਕਿਨ ਕੁਝ ਗੱਲਾਂ ਦੇ ਉੱਪਰ ਸਿੱਖ ਪੰਥ ਨੂੰ ਕਾਫੀ ਇਤਰਾਜ਼ ਆ। ਜਿਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲਦੇ ਨੇ, ਪ੍ਰੈਸ ਕਾਨਫਰੰਸਾਂ ਕਰਦੇ ਨੇ, ਹੈ ਨਾ। ਜਿਵੇਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੀ ਹੋਣੀ, ਜਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣੀ, ਮਿੱਠੂ ਸਿੰਘ ਕਾਨੇਕੇ, ਜਾਂ ਹੋਰ ਵੀ ਮੈਂਬਰ ਜਿਹੜੇ ਨੇ ਕਈ ਤਰੀਕੇ ਦੇ ਇਲਜ਼ਾਮਾਤ SGPC ਦੇ ਉੱਪਰ ਲਾਏ ਨੇ, ਲੇਕਿਨ ਸ਼੍ਰੋਮਣੀ ਕਮੇਟੀ ਖੁੱਲ੍ਹ ਕੇ ਕਦੇ ਇਹਨਾਂ ਗੱਲਾਂ ਦੇ ਉੱਪਰ ਗੱਲ ਨਹੀਂ ਕਰਦੀ। ਉਹਦੇ ਕੀ ਕਾਰਨ ਹੋ ਸਕਦੇ ਨੇ? ਕੀ ਜਿਹੜੇ ਉਹ ਇਲਜ਼ਾਮ ਲੱਗ ਰਹੇ ਨੇ ਉਹਨਾਂ ਮੈਂਬਰਾਂ ਵੱਲੋਂ, ਉਹਨਾਂ ਧਿਰਾਂ ਵੱਲੋਂ, ਕੀ ਉਹ ਇਲਜ਼ਾਮਾਂ ਦੇ ਵਿੱਚ ਕੋਈ ਦਮ ਹੈ, ਜਾਂ ਸ਼੍ਰੋਮਣੀ ਕਮੇਟੀ ਇਸ ਤਰੀਕੇ ਨਾਲ ਵੀ ਇਗਨੋਰ ਕਰਦੀ ਵੀ ਚਲੋ ਜੇ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਬੜਬੋਲੇ ਹੁੰਦੇ ਨੇ, ਜ਼ਿਆਦਾ ਬੋਲਣ ਵਾਲੇ, ਤਾਂ ਸ਼੍ਰੋਮਣੀ ਕਮੇਟੀ ਕਹਿੰਦੀ ਹੋਵੇ ਕਿ ਸ਼ਾਇਦ ਇਹਨਾਂ ਨੂੰ ਇਗਨੋਰ ਕਰਕੇ ਵੀ ਚਲੋ ਜਿਹੜਾ ਚਿਰ ਨਿਕਲਦਾ ਨਿਕਲ ਹੀ ਜਾਵੇ, ਲੇਕਿਨ ਜਿਹੜੇ ਇਲਜ਼ਾਮ ਨੇ ਉਹਨਾਂ ਵੱਲੋਂ ਲਾਏ ਜਾ ਰਹੇ ਨੇ ਉਹ ਝੂਠੇ ਹੋ ਸਕਦੇ ਨੇ। ਸ਼੍ਰੋਮਣੀ ਕਮੇਟੀ ਦਾ ਇਸ ਤਰ੍ਹਾਂ ਵੀ ਕਹਿਣਾ ਹੋ ਸਕਦਾ। ਸੋ ਇਸੇ ਚੀਜ਼ ਦੇ ਉੱਪਰ ਗੱਲ ਕਰਾਂਗੇ। ਸਾਡੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ, ਜੋ ਕਿ ਪਿਛਲੀ ਟਰਮ ਦੇ ਵਿੱਚ ਮੀਤ ਪ੍ਰਧਾਨ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬ੍ਰੇਨ ਔਨ ਟੀਵੀ ਦੇ। ਸਰਦਾਰ ਗੁਰਚਰਨ ਸਿੰਘ ਗਰੇਵਾਲ ਹੁਣਾਂ ਬਾਰੇ ਇੱਕ ਗੱਲ ਮੈਂ ਦੱਸਦਾ ਵੀ ਇਹ 1982 ਤੋਂ ਸਿੱਖ ਪੰਥ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਜਿਹੜੀ ਖਾੜਕੂ ਮੂਵਮੈਂਟ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਾ ਦੇ ਨਾਲ, ਔਰ ਫੈਡਰੇਸ਼ਨ ਦੇ ਵੀ ਆਗੂ ਰਹਿ ਚੁੱਕੇ ਨੇ। ਇਹਨਾਂ ਦਾ ਆਪਣਾ ਇੱਕ ਸੰਘਰਸ਼, ਆਪਣੀ ਇੱਕ ਜੱਦੋਜਹਿਦ ਕੌਮ ਵਾਸਤੇ ਬੋਲਦੀ ਹੈ। ਕਈ ਤਰੀਕੇ ਦੇ ਤਸ਼ੱਦਦ, ਟੌਰਚਰ ਵੀ ਇਹਨਾਂ ਨੇ ਸਹਿਆ ਹੋਏਗਾ, ਸੋ ਉਹ ਇਹਨਾਂ ਦੀ ਇੱਕ ਪ੍ਰਾਪਤੀ ਹੈ। ਲੇਕਿਨ ਅੱਜ ਜਦੋਂ ਇਹੋ ਜਿਹੇ ਜੁਝਾਰੂ ਸਿੰਘ ਵੀ ਸ਼੍ਰੋਮਣੀ ਕਮੇਟੀ ਵਿੱਚ ਆ ਕੇ ਜਿਹੜੀਆਂ ਧਿਰਾਂ ਬੋਲਦੀਆਂ ਨੇ ਉਹਨਾਂ ਦਾ ਜਵਾਬ ਨਹੀਂ ਦਿੰਦੇ, ਤਾਂ ਕਿਤੇ ਨਾ ਕਿਤੇ ਆਮ ਸਿੱਖਾਂ ਦੇ ਮਨ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਉੱਪਰ ਕੁਛ ਨਾ ਕੁਛ ਸ਼ੰਕੇ ਜ਼ਰੂਰ ਖੜੇ ਹੁੰਦੇ ਹੋਣਗੇ। ਸੋ ਇਹਨਾਂ ਸ਼ੰਕਿਆਂ ਦੇ ਉੱਪਰ ਅਸੀਂ ਗੱਲ ਕਰਾਂਗੇ। ਪ੍ਰਧਾਨ ਜੀ, ਕਈ ਸਾਰੇ ਸ਼ੰਕੇ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਨਿਜ਼ਾਮ ਨੂੰ ਲੈ ਕੇ। ਕਈ ਵਾਰੀ ਜਿਵੇਂ ਪਿੱਛੇ ਜੇ ਪੰਨੂ ਸਾਹਿਬ ਜਿਹੜੇ ਪੱਤਰਕਾਰ ਨੇ, ਉਹਨਾਂ ਨੇ ਵੀ ਐਲੀਗੇਸ਼ਨ ਲਾਏ ਰੁਮਾਲਿਆਂ ਦਾ, ਹਾਲਾਂਕਿ ਉਹਦਾ ਸਪਸ਼ਟੀਕਰਨ SGPC ਵੱਲੋਂ ਦੇ ਦਿੱਤਾ ਗਿਆ ਸੀ। ਉਸ ਤੋਂ ਇਲਾਵਾ ਮੈਂ ਇੱਕ ਸਵਾਲ ਬੜਾ ਅਹਿਮ ਕਰੂੰਗਾ ਅੱਜ ਵੀ, ਜਿਵੇਂ ਇੱਕ ਗੱਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਗੋਲਕ ਚੋਰੀ ਕਰਦੀ ਹੈ। ਤੁਸੀਂ ਸੰਗਤ ਨੂੰ ਇਹ ਦੱਸੋ ਕਿ ਜਦੋਂ ਗੋਲਕ ਗਿਣੀ ਜਾਂਦੀ ਹੈ, ਉੱਥੇ ਗੋਲਕ ਗਿਣਨ ਦਾ ਕੀ ਨਿਜ਼ਾਮ ਹੁੰਦਾ? ਵੀ ਉੱਥੇ ਜਿਵੇਂ ਜਦੋਂ ਗੋਲਕ ਲੈ ਕੇ ਜਾਂਦੇ ਨੇ, ਉੱਥੇ ਜੇਬਾਂ ਵਿੱਚ ਪੈਸੇ ਪਾ ਲਿੱਤੇ ਜਾਂਦੇ, ਜਾਂ ਕੀ ਸਿਸਟਮ ਕੀ ਹੁੰਦਾ ਉੱਥੇ ਗੋਲਕ ਗਿਣਨ ਦਾ? ਤੁਹਾਡਾ ਬਹੁਤ ਧੰਨਵਾਦ ਆ ਬ੍ਰੇਨ ਔਨ ਟੀਵੀ ਜੀ ਸਰ ਦੇ ਰਾਹੀਂ ਤੁਸੀਂ ਸਾਨੂੰ ਸੰਗਤਾਂ ਦੇ ਰੂਬਰੂ ਕਰ ਰਹੇ ਹੋ ਜੀ। ਬਹੁਤ ਇੱਕ ਅਹਿਮ ਸਵਾਲ ਹੈ। ਇਸ ਸਵਾਲ ਦਾ ਜਵਾਬ ਸੁਣਨ ਲਈ ਬਹੁਤ ਲੋਕ ਉਤਾਵਲੇ ਰਹਿੰਦੇ ਆ ਜੀ। ਦੇਖੋ, ਇੱਕ ਗੱਲ ਤਾਂ ਮੰਨਣੀ ਪਏਗੀ ਕਿ ਜਿਹੜਾ ਸਿਸਟਮ 'ਚ ਹੈ, ਜਿਹੜਾ ਪ੍ਰਬੰਧ ਚਲਾਉਂਦਾ ਜੀ, ਸਵਾਲ ਉਸੇ ਨੂੰ ਉੱਠਣਗੇ ਜੀ। ਇਹਦੇ 'ਚ ਇੱਕ ਹੋਰ ਵੱਡੀ ਗੱਲ ਆ ਜਾਂਦੀ ਹੈ ਕਿ ਇਹ ਜਿਹੜੀ ਸੰਸਥਾ ਸ਼੍ਰੋਮਣੀ ਕਮੇਟੀ ਜੀ, ਇਹ ਉਸ ਸਿੱਖ ਦੀ ਵੀ ਸੰਸਥਾ ਵਾ ਜਿਹੜਾ ਘਾਹ ਦੀ ਪੰਡ ਲੈ ਕੇ ਵੀ ਗੁਰੂ ਦੇ ਸਾਹਮਣੇ ਨਤਮਸਤਕ ਹੁੰਦਾ। ਉਹ ਪੈਸੇ ਵੀ ਮੱਥਾ ਨਹੀਂ ਟੇਕ ਸਕਦਾ, ਉਹਦੀ ਵੀ ਸੰਸਥਾ ਦੇ ਵਿੱਚ ਯੋਗਦਾਨ ਹੈ ਜੀ ਜੀ ਬਿਲਕੁਲ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਸਿੱਖ ਨੂੰ ਵੀ ਜਵਾਬਦੇਹੀ ਹੈ ਜੀ। ਈਵਨ ਕਿ ਇਹ ਵੀ ਛੱਡ ਦਈਏ, ਕਿਉਂਕਿ ਇਹ 4 ਵਰਨਾਂ ਦਾ ਸਾਂਝਾ ਸਥਾਨ ਹੈ ਜੀ। ਗੁਰੂ ਸਾਹਿਬ ਨੇ ਸਾਨੂੰ ਸਾਰੇ, ਜਿਵੇਂ ਕਹਿੰਦੇ ਹੁੰਦੇ ਆ ਬਈ, ਵਰਗਾਂ ਨੂੰ ਇਕੱਤਰ ਕਰਕੇ ਚਲਾਉਣ ਦੀ ਗੱਲ ਕੀਤੀ ਹੈ। ਗੁਰੂ ਦੇ ਨਾਲ ਸਭ ਦਾ ਸਤਿਕਾਰ ਹੈ ਜਿਨ੍ਹਾਂ ਲੋਕਾਂ ਦਾ, ਜਿਹੜਾ ਉਹ ਆਉਂਦਾ ਉਹ ਵੀ ਸਾਨੂੰ ਸਵਾਲ ਪੁੱਛ ਸਕਦਾ। ਤੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੀ ਪੂਰਨ ਤੌਰ ਤੇ ਜਵਾਬਦੇਹੀ
ਹੋਣੀ ਚਾਹੀਦੀ ਆ ਜੀ। ਤੇ ਮੈਂ ਇਹ ਗੱਲ ਕਹਿੰਦਾ ਕਿ ਹੈਗੀ ਆ। ਜੀ ਜਿਹੜੇ ਹੁਣ ਤੁਹਾਡੇ ਮਨ ਦੇ ਅੰਦਰ ਖਦਸ਼ੇ ਸੀਗੇ ਕਿ ਬਹੁਤ ਸਾਰੇ ਵਿਵਾਦ ਕੀਤੇ ਜਾਂਦੇ ਆ, ਚੋਰ ਸਿੱਧੇ, ਮੈਂ ਮਾਫੀ ਮੈਂ ਉਦੋਂ ਪਹਿਲਾਂ ਆਉਣਾ ਕਿ ਉਦੋਂ ਪਹਿਲਾਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਦੇ ਵੀ ਜਿਹੜੇ ਇਹ ਲੋਕ ਖਿਲਾਫ ਨੇ, ਉਹਦਾ ਕਾਰਨ ਹੈ, ਉਹਦਾ ਪਹਿਲਾ ਕਾਰਨ ਇਹ ਹੈ ਕਿ ਸਿਆਸੀ ਤੌਰ ਤੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਹੁਤ ਗਿਣਤੀ ਲੋਕ ਜਿਹੜੇ ਆ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਜੀ। ਉਹ ਅਕਾਲੀ ਦਲ ਨਾਲ ਸੰਬੰਧਿਤ ਹੋਣ ਕਰਕੇ ਉੱਥੇ ਨਾਮਜ਼ਦ ਨਹੀਂ ਹੋਏਗੇ, ਉਹ ਸਾਰੇ ਚੁਣ ਕੇ ਆਏ ਨੇ। ਦੇਖੋ ਇੱਕ ਗੱਲ ਤਾਂ ਇਹ ਸਾਨੂੰ ਮੰਨ ਲੈਣੀ ਚਾਹੀਦੀ ਆ ਨਾ, ਇਹ ਗੱਲ ਵਾਪਸ ਲੈਣੀ ਚਾਹੀਦੀ ਆ, ਨਹੀਂ ਕਹਿਣੀ ਚਾਹੀਦੀ ਸਿਰਫ ਤੁਸੀਂ ਜ਼ੋਰ ਨਾਲ ਕਹਿੰਦੇ ਹੋ, ਸਿਰਫ ਤੁਸੀਂ ਮਾੜੀ ਭਾਵਨਾ ਨਾਲ ਇਹ ਗੱਲ ਕਹਿੰਦੇ ਹੋ ਕਿ ਉੱਥੇ ਕਾਬਜ਼ ਨੇ, ਜਦੋਂ ਕਿ ਆਪਾਂ ਨੂੰ ਇਸ ਗੱਲ ਦਾ ਪਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜਿਹੜੀਆਂ ਓਪਨਲੀ ਪੈਂਦੀਆਂ ਨੇ, ਸੈਂਟਰ ਦੇ ਅਧੀਨ ਉਹ ਸਾਰਾ ਸਿਸਟਮ ਆ, ਸਾਰੇ ਤਰ੍ਹਾਂ ਦੇ ਕੈਂਡੀਡੇਟ ਖੜੇ ਹੁੰਦੇ ਆ, ਕਿਸੇ ਜਿੰਨੇ ਵੀ ਦਲ ਆ ਉਹਨਾਂ ਦੇ ਕੈਂਡੀਡੇਟ ਖੜੇ ਹੁੰਦੇ ਆ। ਉਦੋਂ ਬਾਅਦ ਉੱਥੇ ਚੋਣ ਹੁੰਦੀ ਆ, ਚੋਣ ਦਾ ਨਤੀਜਾ ਆਉਂਦਾ, ਨਤੀਜੇ ਤੋਂ ਬਾਅਦ ਮੈਂਬਰ ਚੁਣੇ ਜਾਂਦੇ ਆ। ਮੈਂਬਰ ਜਿਹੜੇ ਆ ਉਹ ਪ੍ਰਧਾਨ ਨੂੰ ਚੁਣਦੇ ਆ। ਤੇ ਹੁਣ ਗੱਲ ਜਿਹੜੀ ਆ ਇਹਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਜਿਹੜੇ ਮੈਂਬਰ ਨੇ ਉਹ ਅਕਾਲੀ ਦਲ ਨਾਲ ਸੰਬੰਧਿਤ ਨੇ ਤੇ ਉਹਨਾਂ ਦਾ ਪ੍ਰਧਾਨ ਬਣ ਜਾਂਦਾ। ਇਸ ਕਰਕੇ ਸਿਆਸੀ ਵਿਰੋਧ ਦੇ ਕਰਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਆਦਾ ਟਾਰਗੇਟ 'ਚ ਆਉਂਦੀ ਹੈ। ਤਾਂ ਦੂਜੀ ਮੈਂ ਗੱਲ ਕਹਿ ਦਿੰਦਾ ਕਿ ਇਹ ਗੱਲ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਕਿਸੇ ਨੇ ਵੀ ਦੇਖਣਾ ਹੋਵੇ, ਕਿਸੇ ਥਾਂ ਤੇ ਵੀ ਦੇਖਣਾ ਹੋਵੇ, ਤੁਸੀਂ ਗੋਲਕ ਦੇਖੋ, ਤੁਸੀਂ ਰਮਾਲਿਆਂ ਸਾਹਿਬ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਉਹ ਦੇਖੋ, ਤੁਸੀਂ ਪੈਸਾ ਕਿੱਥੇ ਲੱਗਦਾ ਉਹ ਦੇਖੋ, ਤੁਸੀਂ ਜਿਹੜਾ ਸਾਡੇ ਸੰਸਥਾਵਾਂ ਨੇ ਹਸਪਤਾਲ ਉਹਦੇ 'ਚ ਤੁਸੀਂ ਜਾ ਕੇ ਦੇਖੋ, ਸਕੂਲਾਂ ਦੇ ਵਿੱਚ ਜਾ ਕੇ ਦੇਖੋ, ਜਿਹੜੀ ਸ਼੍ਰੋਮਣੀ ਕਮੇਟੀ ਗੁਰੂ ਦੇ ਸਿਧਾਂਤ ਦੇ ਮੁਤਾਬਕ ਕਿਤੇ ਵੀ ਕਿਤੇ ਆਫਤ ਆਉਂਦੀ ਆ ਮਨੁੱਖਤਾ ਤੇ ਉੱਥੇ ਜਾ ਕੇ ਕੰਮ ਕਰਦੀ ਆ ਉਹਨੂੰ ਦੇਖੋ। ਇਹ ਗੱਲ ਦੇਖਣ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਰੋਕਿਆ। ਲਓ ਮੈਂ ਛੋਟਾ ਜਿਹਾ ਸੇਵਾਦਾਰ ਹਾਂ, ਮੈਂ ਤੁਹਾਨੂੰ ਓਪਨਲੀ ਗੱਲ ਕਰਦਾ, ਜਿਹਨੇ ਵੀ ਜਿਹੜਾ ਈਵੈਂਟ ਦੇਖਣਾ ਹੋਵੇ ਮੈਂ ਨਾਲ ਜਾ ਕੇ ਉਹ ਦਿਖਾਊਂਗਾ। ਤੁਸੀਂ ਗੋਲਕ ਦੀ ਗੱਲ ਕਰਦੇ ਹੋ, ਗੋਲਕ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਇੱਕ ਗੁਰਦੁਆਰਾ ਅਹਿਮਦਗੜ੍ਹ ਦੇ ਲਾਗੇ ਗੁਰਦੁਆਰਾ ਸਾਹਿਬ ਸੀ, ਉਸ ਗੁਰਦੁਆਰੇ ਦਾ ਪ੍ਰਬੰਧਕ ਹੀ ਸ਼ਰੇਆਮ ਦਿਖਾਈ ਦੇ ਰਿਹਾ ਕਿ ਉਹ ਨੋਟ, ਭਾਵੇਂ ਉਹ ਕਿਸੇ ਸਿਆਸੀ ਬੰਦੇ ਨਾਲ ਸੰਬੰਧਿਤ ਆ, ਮੈਂ ਇੱਥੇ ਨਾਂ ਲੈਣ ਦੀ ਲੋੜ ਨਹੀਂ ਸਮਝਦਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਿਸਟਮ ਦੇ ਵਿੱਚ ਜਿੱਥੇ ਕੁਤਾਹੀ ਆ ਤੇ ਇਕੱਲੇ ਸ਼੍ਰੋਮਣੀ ਕਮੇਟੀ 'ਚ ਹੀ ਆ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੇ ਇੱਕ ਯੋਜਨਾਬੱਧ ਢੰਗ ਨਾਲ ਕੀਤਾ ਗਿਆ। ਜਿੱਥੇ ਵੀ ਕਿਸੇ ਗੁਰਦੁਆਰਾ ਸਾਹਿਬ 'ਚ ਗੋਲਕ ਹੁੰਦੀ ਆ ਜਾਂ ਦਰਬਾਰ ਸਾਹਿਬ ਹੁੰਦੀ, ਕਿਤੇ ਵੀ ਹੁੰਦੀ ਆ, ਉੱਥੇ ਜਿਹੜਾ ਇੱਕ ਮੈਨੇਜਰ ਹੁੰਦਾ, ਇੰਸਪੈਕਟਰ ਹੁੰਦਾ, ਜਿਹਦੀ ਮੁੱਖ ਡਿਊਟੀ ਹੁੰਦੀ ਆ, ਉਹਨੇ ਜਿਹੜੇ ਬੰਦਿਆਂ ਨੇ ਗੋਲਕ ਗਿਣਨੀ ਆ ਉਹਨਾਂ ਸਾਰਿਆਂ ਨੂੰ ਜਾਮਾ ਤਲਾਸ਼ੀ ਲੈ ਕੇ ਉਹਨਾਂ ਦੀ ਜੇਬ 'ਚ ਨਾ ਕੋਈ ਪੈਸਾ ਹੋਏਗਾ ਨਾ ਬਟੂਆ ਹੋਏਗਾ, ਜਿਹੜੇ ਉਹਨਾਂ ਦੇ ਪਹਿਲਾਂ ਵੀ ਹੁੰਦੇ ਉਹ ਵੀ ਕਢਵਾ ਲਏ ਜਾਂਦੇ, ਸਭ ਕੁਝ ਕੱਢ ਕੇ ਫਿਰ ਉਹ ਅੰਦਰ ਆਉਂਦੇ ਆ। ਉਸ ਤੋਂ ਬਾਅਦ ਭਾਵੇਂ ਕਿ ਉੱਥੋਂ ਦਾ ਮੈਨੇਜਰ ਕਿਉਂ ਨਾ ਹੋਵੇ, ਭਾਵੇਂ ਕਿ ਮੈਂ ਵੀ ਉੱਥੇ ਜਾਵਾਂ, ਮੈਂ ਉੱਥੇ ਦੇਖ ਰੇਖ ਵਾਸਤੇ ਜਾਵਾਂ, ਮੇਰੀ ਵੀ ਚੈਕਿੰਗ ਹੋਏਗੀ, ਕੋਈ ਸ਼ਰਮ ਵਾਲੀ ਗੱਲ ਨਹੀਂ। ਤੁਹਾਨੂੰ ਬਤੌਰ ਤੁਸੀਂ ਮੈਂਬਰ ਹੋ, ਤੁਹਾਡੀ ਵੀ ਚੈਕਿੰਗ, ਮੇਰੀ ਵੀ ਚੈਕਿੰਗ ਹੋਏਗੀ ਤੇ ਉਹ ਚੈਕਿੰਗ ਅਸੀਂ ਖੁਦ ਕਰਾਉਣੇ ਆ ਕਿ ਸਾਡੀ ਜਿਹੜਾ ਕਾਨੂੰਨ ਆ ਉਹ ਉਸ ਤਰ੍ਹਾਂ ਰਹਿਣਾ ਚਾਹੀਦਾ। ਜੇ ਕੋਈ ਮੈਂਬਰ ਨਹੀਂ ਕਰਾਉਂਦਾ ਹੋਊਗਾ ਤੇ ਉਹਨੂੰ ਇਹ ਗੱਲ ਨਹੀਂ ਸੋਚਣੀ ਚਾਹੀਦੀ, ਕਿਉਂਕਿ ਜਿਹੜਾ ਸਿਸਟਮ ਹੈ ਉਹਨੂੰ ਸਹੀ ਆਪਰੇਟ ਕਰਨਾ ਚਾਹੀਦਾ। ਜਦੋਂ ਗੋਲਕ ਗਿਣੀ ਜਾਂਦੀ ਆ, ਉਹ ਗੋਲਕ ਦੇ ਉੱਤੇ ਜਿਹੜੇ CCTV ਕੈਮਰੇ ਲੱਗੇ ਹੁੰਦੇ ਆ, ਉਹਦੀ ਬਕਾਇਦਾ ਰਿਕਾਰਡਿੰਗ ਹੁੰਦੀ ਆ, ਸਾਰੇ ਨੋਟ ਗਿਣੇ ਜਾਂਦੇ ਆ, ਉਹਦੇ ਸਾਰੇ ਇੱਕ ਤਤਕਰਾ ਬਣਿਆ ਹੁੰਦਾ, 2000 ਦੇ ਨੋਟ ਕਿੰਨੇ, 500 ਦੇ ਕਿੰਨੇ, ਫਲਾਨਾ ਕਿੰਨੇ, ਸਾਰੇ ਰੁਪਈਏ, ਇੱਥੋਂ ਤੱਕ ਇੱਕ ਪੈਸਾ ਜਿਹੜਾ ਵਾ ਉਹਦਾ ਇੱਕ ਹਿਸਾਬ ਬਣਦਾ। ਉਹ ਹਿਸਾਬ ਜਿਹੜਾ ਵਾ ਉਹ ਉੱਥੇ ਸਾਈਨ ਹੁੰਦੇ ਨੇ, ਮੈਨੇਜਰ ਦੇ ਹੁੰਦੇ ਨੇ, ਇੰਸਪੈਕਟਰ ਉਹਦੇ ਹੁੰਦੇ ਨੇ, ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਉਹਦੇ ਹੁੰਦੇ ਨੇ, ਉਹਦੇ ਸਾਹਮਣੇ ਸਾਰਾ ਕੁਝ ਹੁੰਦਾ। ਸੋ ਇਹ ਗੱਲਾਂ ਕਹਿਣ ਦੀਆਂ ਨੇ, ਗੋਲਕ ਚੋਰ ਨੇ। ਗੋਲਕ ਚੋਰ ਦਾ ਕਹਿਣਾ ਬੜਾ ਸੌਖਾ, ਪਰ ਇਹ ਜਾ ਕੇ ਦੇਖੋ। ਅਸੀਂ ਸਾਰਿਆਂ ਨੂੰ, ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਵਾ, ਜਿਨ੍ਹਾਂ ਨੇ ਮਿੱਥ ਕੇ ਜਾਣ ਬੁੱਝ ਕੇ ਬਦਨਾਮ ਕਰਨ ਦੀ ਗੱਲ ਕੀਤੀ ਆ, ਉਹਨਾਂ ਦਾ ਤਾਂ ਕੋਈ ਹੱਲ ਨਹੀਂ। ਪਰ ਸੰਗਤ ਕਿਸੇ ਵੀ ਤਰ੍ਹਾਂ ਦੇਖਣਾ ਚਾਹੁੰਦੀ ਆ ਪ੍ਰਬੰਧ ਨੂੰ, ਫਿਰ ਮੈਂ ਇੱਕ ਬੇਨਤੀ ਇਹ ਕਰਦਾ ਕਿ ਕਦੇ ਇਹ ਗੱਲ ਦੇਖੀ ਆ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕਿੰਨਾ ਚੰਗਾ। ਹੁਣ ਤੁਸੀਂ ਦੇਖੋ ਕਿ ਇਸ ਦੁਨੀਆ ਦੇ ਵਿੱਚ ਇਹ ਪਹਿਲਾ ਸਥਾਨ ਹੈ ਦਰਬਾਰ ਸਾਹਿਬ ਦਾ, ਜਿੱਥੇ ਸਭ ਤੋਂ ਵੱਧ ਸ਼ਰਧਾਲੂ ਮੱਥਾ ਟੇਕਦੇ ਆ। ਬਿਲਕੁਲ ਇਹਨੂੰ ਮੈਂ ਵਾਰਡ ਦੇ ਮਥਾਜ ਨਹੀਂ ਕਹਿੰਦਾ ਵਾ, ਇਹ ਅੰਮ੍ਰਿਤਸਰ ਸਾਹਿਬ ਦੇ ਸਾਹਮਣੇ ਹੈ ਜੀ, ਉਹ ਇਹ ਗਿਣਤੀ ਹੈ ਕਿ ਸਭ ਤੋਂ ਵੱਧ ਸ਼ਰਧਾਲੂ ਜਿਹੜੇ ਆ ਉੱਥੇ ਮੱਥਾ ਟੇਕਦੇ ਨੇ। ਉਹਨਾਂ ਨੂੰ ਉੱਥੇ ਮੱਥਾ ਟਿਕਾਉਣਾ, ਉਹਨਾਂ ਦੇ ਵਿੱਚ ਸਫਾਈ ਦੇਖੋ, ਦਰਬਾਰ ਸਾਹਿਬ ਨੂੰ ਸਫਾਈ ਦੇ ਤੌਰ ਤੇ ਵੀ ਕਿੱਡਾ ਵੱਡਾ ਮਿਲਿਆ, ਭਾਵੇਂ ਸੰਗਤ ਵੀ ਕਰਦੀ ਆ ਪਰ ਉਹਦੇ 'ਚ ਜਿਹੜੀ ਸ਼੍ਰੋਮਣੀ ਕਮੇਟੀ ਉਹਦੀ ਕਰਦੀ ਹੈ। ਫਿਰ ਦੇਖੋ ਲੰਗਰ ਕਿੱਡਾ ਵੱਡਾ। ਇਹੋ ਜਿਹੀਆਂ ਗੱਲਾਂ ਨੂੰ ਤਾਂ ਅਸੀਂ ਕਦੇ ਸੋਚਦੇ ਨਹੀਂ ਵੀ ਕੀ ਇਹ ਸ਼੍ਰੋਮਣੀ ਕਮੇਟੀ ਜਿਹੜਾ ਇਹ ਕੁਝ ਕਰਦੀ ਆ ਜਿਹਦੇ ਨਾਲ ਸਾਡਾ ਮਾਣ ਵੱਧਦਾ। ਹੁਣ ਮੈਂ ਨਹੀਂ ਇਹ ਗੱਲ ਕਰਦਾ ਕਿ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਲੱਖਾਂ ਸੰਗਤ ਉੱਥੇ ਆਉਣ ਤੇ ਅੱਜ ਤੱਕ ਕਦੇ ਸੁਣਿਆ ਕਿ ਉੱਥੇ ਭਗਦੜ ਮੱਚੀ ਹੋਵੇ। ਜੇ ਇਹ ਚੀਜ਼ਾਂ ਨਹੀਂ, ਇਹਦਾ ਮਤਲਬ ਵੀ ਪ੍ਰਬੰਧ ਚੱਲ ਰਿਹਾ ਉੱਥੇ।
ਸੋ ਇਹ ਬਹੁਤ ਸਾਰੀਆਂ ਗੱਲਾਂ ਨੇ। ਜਿੱਡਾ ਵੱਡਾ ਪ੍ਰਬੰਧ ਹੁੰਦਾ ਉਹਦੇ 'ਚ ਖਾਮੀਆਂ ਜ਼ਰੂਰ ਹੋਣਗੀਆਂ। ਮੈਂ ਨਹੀਂ ਕਹਿੰਦਾ 100% ਸਾਫ਼ ਸੁਥਰਾ ਹੋਊਗਾ, ਖਾਮੀਆਂ ਹੋਣਗੀਆਂ, ਪਰ ਇੱਕ ਢੰਗ ਨਾਲ ਯੋਜਨਾ ਬੰਦੀ ਹੈ। ਜਿਹੜਾ ਕੋਈ ਮਾੜੀ ਗੱਲ ਕਰਦਾ ਉਹਨੂੰ ਉੱਥੇ ਸਜ਼ਾ ਵੀ ਦਿੱਤੀ ਜਾਂਦੀ ਆ, ਉਹਨੂੰ ਕੱਢ ਵੀ ਦਿੱਤਾ ਜਾਂਦਾ। ਆ ਹੁਣੇ ਤੁਸੀਂ ਦੇਖਿਆ ਹੋਣਾ ਕਿ ਬਰਨਾਲੇ ਦੇ ਵਿੱਚ ਇੱਕ ਮੈਨੇਜਰ ਤੇ ਇੱਕ ਸੁਪਰਡੈਂਟ ਜਦੋਂ ਇਸ ਗੱਲ ਦੇ ਦੋਸ਼ੀ ਪਾਏ ਗਏ ਕੱਢ ਦਿੱਤੇ ਗਏ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ। ਸੋ ਬੇਨਤੀ ਇਹ ਕਰਦੇ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਦੀ ਜਾਇਦਾਦ ਨਹੀਂ, ਉੱਥੇ ਕਾਬਜ਼ ਕੋਈ ਨਹੀਂ। ਹੁਣ ਵੋਟਾਂ ਪੈਣੀਆਂ, ਅੱਜ ਪੈ ਜਾਣ, 6 ਮਹੀਨੇ ਨੂੰ ਪੈ ਜਾਣ, ਸਾਲ ਨੂੰ ਪੈ ਜਾਣ, ਸਿੱਖਾਂ ਨੇ ਵੋਟਾਂ ਪਾਉਣੀਆਂ ਸਿੱਖ। ਹੁਣ ਤਾਂ ਕਾਨੂੰਨ ਵੀ ਇਹ ਬਣ ਗਿਆ ਕਿ ਜਿਹੜਾ ਸਾਬਤ ਸੂਰਤ ਸਿੱਖ ਆ ਉਹ ਵੋਟ ਪਾਏਗਾ ਤੇ ਇਹਦੇ ਵਿੱਚ ਕੋਈ ਰਲਾ ਨਹੀਂ ਹੋਏਗਾ। ਸੋ ਜਿਹੜੇ ਵੀ ਆਉਣਗੇ ਉਹ ਪ੍ਰਬੰਧ ਕਰਨਗੇ। ਪਰ ਇੱਕ ਗੱਲ ਕਹਿ ਦੇਣੀ ਚਾਹੀਦੀ ਆ ਕਿ ਆਪਦੀ ਸੰਸਥਾ ਨੂੰ ਮਾਰਨਾ ਨਹੀਂ ਚਾਹੀਦਾ। ਆਪਦੀ ਸੰਸਥਾ ਨੂੰ ਮਾਰਨ ਨਾਲ ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸੀ ਸੰਸਥਾ ਹੈ, ਜਦੋਂ ਦੁਨੀਆ ਦੇ ਅੰਦਰ ਸਿੱਖਾਂ ਦਾ ਕੋਈ ਮਸਲਾ ਉੱਠਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਹੀ ਹੋਈ ਗੱਲ ਨੂੰ ਸੁਣਿਆ ਜਾਂਦਾ। ਕੋਈ ਵੀ ਕਿਤੇ ਜਿਹੜਾ ਸਿੱਖ ਹੈ ਜਾਂ ਗੁਰੂ ਨਾਨਕ ਨਾਮ ਲੈਵਾ, ਜਦੋਂ ਉਹਨੂੰ ਕਿਤੇ ਜ਼ਰੂਰਤ ਪੈਂਦੀ ਆ ਉਹ ਕਰਦਾ। ਹੁਣ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਇਹ ਜਿਹੜਾ ਹਰਿਆਣਾ ਕਮੇਟੀ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਇਸ ਕਮੇਟੀ ਤੋਂ ਡਰਦੇ ਨੇ। ਹੁਣ ਤੁਸੀਂ ਦੇਖੋ ਕਿ ਪਿਛਲੇ ਦਿਨਾਂ 'ਚ ਸਿੰਘ ਸਾਹਿਬ ਨੇ ਵੀ ਇਹ ਜ਼ਿਕਰ ਕੀਤਾ ਸੀ ਕਿ ਸਾਡੇ ਜਿੰਨੇ ਤਖਤ ਨੇ, ਹਜੂਰ ਸਾਹਿਬ ਤਖਤ ਆ, ਉਹ ਤਖਤ ਵੀ ਸਰਕਾਰ ਦੇ ਅੰਡਰ ਇੱਕ ਬੋਰਡ ਆ, ਉੱਥੇ ਥੋੜ੍ਹੇ ਮੈਂਬਰ ਚੁਣੇ ਜਾਂਦੇ, ਬਾਕੀ ਸਰਕਾਰ ਨਾਮਜ਼ਦ ਕਰਦੀ ਆ। ਪਟਨਾ ਸਾਹਿਬ ਤਖਤ ਆ, ਉੱਥੇ ਵੀ ਇੱਕ ਬੋਰਡ ਆ। ਫਿਰ ਈਵਨ ਕਿ ਜੇ ਦਿੱਲੀ ਦਾ ਚਲੋ ਹੈਗੀ ਆ, ਦਿੱਲੀ ਦੀ ਕਮੇਟੀ ਕਦੇ ਸਾਡੇ ਨਾਲ ਹੈ, ਕਦੇ ਸਰਕਾਰ ਨਾਲ ਹੈ। ਸਾਡੇ ਕੋਲ ਇੱਕੋ ਇੱਕ ਐਸੀ ਸੰਸਥਾ ਬਚੀ ਆ ਜਿਹੜੀ ਸੰਸਥਾ ਸਿੱਖਾਂ ਦੀ ਮਰਜ਼ਾਦਾ ਨੂੰ ਕਾਇਮ ਰੱਖੇਗੀ। ਹੁਣ ਤੁਸੀਂ ਵੇਖੋ ਕਿੱਡੀ ਵੱਡੀ ਗੱਲ ਆ, ਕੋਈ ਛੋਟੀ ਜਿਹੀ ਗੱਲ ਆ ਕਿ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਬੰਦੀ ਸਿੰਘਾਂ ਵਾਸਤੇ ਇੱਕ ਮੁਹਾਜ਼ ਤਿਆਰ ਕੀਤਾ ਜਾਵੇ। ਪਹਿਲ ਸੀ ਬੜੀ ਵੱਡੀ ਹੈ। ਉਸ ਗੱਲ ਨੂੰ ਜੇ ਆਪਸੀ ਵਿਰੋਧੀ ਸਿਆਸੀ ਵਿਰੋਧੀ ਲੋਕ ਸਾਰੇ ਇੱਕ ਮੰਚ ਤੇ ਕਿਉਂ ਇਕੱਠੇ ਹੋਏ? ਸਿਮਰਨਜੀਤ ਸਿੰਘ ਮਾਨ ਤਾਂ ਖਾਲਿਸਤਾਨ ਦੀ ਗੱਲ ਕਰਦੇ ਆ, ਅਕਾਲੀ ਦਲ ਖਾਲਿਸਤਾਨ ਦੀ ਗੱਲ ਨਹੀਂ ਕਰਦਾ। ਸਾਡੇ ਜਿਹੜੇ ਸਰਨਾ ਸਾਹਿਬ ਆ ਉਹਨਾਂ ਦਾ ਅਕਾਲੀ ਦਲ ਨਾਲ ਕਿਸ ਤਰ੍ਹਾਂ ਦਾ ਟਕਰਾਅ ਆ, ਉੱਥੇ ਜੀਕੇ ਦਾ ਕਿਸ ਤਰ੍ਹਾਂ ਦਾ ਟਕਰਾਅ ਆ, ਦਿੱਲੀ ਕਮੇਟੀ ਆ, ਸਾਰੀਆਂ ਧਿਰਾਂ ਵੱਖ-ਵੱਖ ਸਨ। ਪਰ ਕੀ ਆ, ਸਾਡੇ ਕੋਲ ਇੱਕ ਪਲੇਟਫਾਰਮ ਆ ਗਿਆ ਕਿ ਇਹ ਸਾਂਝਾ ਪਲੇਟਫਾਰਮ ਹੈ। ਇਹ ਸਾਂਝੇ ਪਲੇਟਫਾਰਮ ਤੇ ਅਸੀਂ ਇਕੱਠੇ ਹੋਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਇਹਦਾ ਅਸਰ ਵੀ ਦਿਖਾਈ ਦੇਊਗਾ। ਆਪਾਂ ਵਾਰ-ਵਾਰ ਜਿਹੜੀ ਇੱਥੇ ਗੱਲ ਉੱਭਰ ਗਿਆ ਵੀ ਚੋਣਾਂ ਜਾਂ ਪ੍ਰਬੰਧਕੀ ਨਿਜ਼ਾਮ ਹੈ ਨਾ, ਐਸਜੀਪੀਸੀ ਦੀਆਂ ਇਲੈਕਸ਼ਨਾਂ ਨਹੀਂ ਹੋ ਰਹੀਆਂ ਪਿਛਲੇ ਕਾਫੀ ਸਾਲਾਂ ਤੋਂ, ਇਹਦਾ ਫਾਇਦਾ ਅਕਾਲੀ ਦਲ ਬਾਦਲ ਨੂੰ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਉਹ ਚਾਹੁੰਦੇ ਵੀ ਆ ਅਕਾਲੀ ਦਲ ਬਾਦਲ ਇਲੈਕਸ਼ਨ ਕਰਾਉਣਾ, ਜਾਂ ਇਸੇ ਤਰੀਕੇ ਨਾਲ ਹੀ ਬਿਨਾਂ? ਦੇਖੋ ਇੱਕ ਗੱਲ ਤੁਹਾਨੂੰ ਕਲੀਅਰ ਦੱਸ ਦਈਏ ਕਿ ਪਹਿਲਾਂ ਤਾਂ ਅਸੀਂ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਨਾਲ ਭਾਈਵਾਲ ਸੀ। ਹੁਣ ਤਾਂ ਤੁਹਾਨੂੰ ਪਤਾ 2-3 ਸਾਲ ਤੋਂ ਸਾਡਾ ਇੱਟ ਕੁੱਤੇ ਦਾ ਕਹਿਣਾ ਨਹੀਂ ਚਾਹੀਦਾ, ਪਰ ਇੱਟ ਕੁੱਤੇ ਦਾ ਵੈਰ ਵਿਰੋਧ ਆ, ਠੀਕ ਹੈ ਨਾ ਜੀ। ਹੁਣ ਇਹਦਾ ਜਿਹੜੀ ਚੋਣਾਂ ਕਰਾਉਣ ਦਾ ਕੰਮ ਜਿਹੜਾ ਵਾ ਇਹ ਜਿਹੜਾ ਹੋਮ ਡਿਪਾਰਟਮੈਂਟ ਆ ਸੈਂਟਰ ਸਰਕਾਰ ਦਾ, ਉਹਨੇ ਚੋਣਾਂ ਕਰਾਉਣੀਆਂ। ਉਹਨੇ ਇੱਥੇ ਜਿਹੜਾ ਸਾਡਾ ਚੋਣ ਕਮਿਸ਼ਨ ਨਾਮਜ਼ਦ ਕਰਨਾ ਜਾਂ ਹੋਰ ਪ੍ਰਬੰਧ ਜਿੰਨੇ ਕਰਨੇ ਸਾਰੇ ਉਹਨਾਂ ਨੇ ਕਰਨੇ। ਉਹ ਅਸੀਂ ਤਾਂ ਕਹਿੰਦੇ ਨਹੀਂ ਉਹਨਾਂ ਨੂੰ ਵੀ ਤੁਸੀਂ ਇਹਨੂੰ ਡਿਲੇ ਕਰੋ। ਸਾਡੀ ਇਹੋ ਜਿਹੀ ਕੋਈ ਇਲੈਕਸ਼ਨ ਕਰਾਉਣ ਦੇ, ਦੇਖੋ ਜੀ ਜਦੋਂ ਵੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁਣ ਹੋਣੀ ਚਾਹੀਦੀ ਆ, ਜਿਹੜਾ ਕੇਂਦਰ ਆ ਉਹ ਜਦੋਂ ਮਰਜ਼ੀ ਇਲੈਕਸ਼ਨ ਕਰਾਵੇ। ਤੋ ਇਸ ਗੱਲ ਲਈ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਇਸ ਗੱਲ 'ਚ ਕਿਸੇ ਤਰ੍ਹਾਂ ਦਾ ਰੋੜਾ ਨਹੀਂ ਹੈ। ਇਸ ਗੱਲ ਨੂੰ ਜੇ ਅਸੀਂ ਚਾਹੀਏ ਰੁਕਾਉਣੀ ਅਸੀਂ ਨਹੀਂ ਰੁਕਾ ਸਕਦੇ, ਜੇ ਅਸੀਂ ਕਰਾਉਣੀ ਚਾਹੀਏ ਅਸੀਂ ਨਹੀਂ ਕਰਾ ਸਕਦੇ। ਸੋ ਇਹ ਤਾਂ ਇੱਕ ਬਹਾਨਾ ਵਾ ਜਿਹੜੇ ਕਿ ਸਾਡੇ ਜਿਹੜੇ ਪੰਥ ਦੇ ਆਗੂ ਜਿਹੜੇ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਅਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਆਪਣੀ ਜਿਹੜੀ ਕਾਇਮ ਕਰੀਏ, ਸਰਦਾਰੀ ਕਾਇਮ ਕਰੀਏ, ਕਰਨ। ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਪੂਰਾ ਉਹਨਾਂ ਦਾ ਸਮਰਥਨ ਵੀ ਕਰਾਂਗੇ। ਤੋ ਪਰ ਸੰਸਥਾ ਨੂੰ ਬਦਨਾਮ ਨਾ ਕਰਨ, ਕਿਉਂਕਿ ਜਦੋਂ ਤੁਸੀਂ ਆ ਕੇ ਬੈਠਣਾ ਤਾਂ ਇਹੋ ਹੀ ਮੁਲਾਜ਼ਮ ਤੇ ਇਹੋ ਹੀ ਕਰਮਚਾਰੀ ਹੋਣਗੇ, ਠੀਕ ਹੈ ਨਾ। ਇਹਦੇ 'ਚ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਜੀ ਫਲਾਣਾ ਲੀਡਰ ਖਾ ਗਿਆ, ਫਲਾਣਾ ਲੀਡਰ ਖਾ ਗਿਆ, ਮੈਂ ਤਾਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜਿਹੜਾ ਬੰਦਾ ਖਾਂਦਾ ਉਹ ਭੁਗਤਦਾ ਦੁਨੀਆ ਦੇ ਸਾਹਮਣੇ ਆਉਂਦਾ, ਕਿਉਂਕਿ ਪੈਸਾ, ਗੁਰੂ ਦੀ ਗੋਲਕ ਦਾ ਪੈਸਾ ਖਾਣਾ ਬਹੁਤ ਮਾੜਾ ਜ਼ਹਿਰ ਆ। ਉਹ ਜਿਹੜਾ ਖਾਂਦਾ ਉਹ ਮਾੜਾ। ਪਰ ਮੈਂ ਇਹ ਗੱਲ ਸਮਝਦਾ ਕਿ ਕੋਈ ਵੀ ਅੱਜ ਦੇ ਤਰੀਕ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਪੈਸਾ ਦਿੱਤਾ ਜਾਵੇ, ਕਿਉਂਕਿ ਹਰ ਚੀਜ਼ ਇੰਨੀ ਟਾਈਟ ਸ਼ਡਿਊਲ ਆ। ਤੁਸੀਂ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜਿਹੜਾ ਇੱਕ ਗੁਰਦੁਆਰਾ ਸਾਹਿਬ ਹੈ, ਉਸ ਗੁਰਦੁਆਰੇ ਦਾ ਮੈਨੇਜਰ ਹੈ, ਉਹਦੇ ਕੋਲ ਅਧਿਕਾਰ ਸਿਰਫ ਤੇ ਸਿਰਫ 3000 ਰੁਪਏ ਦਾ ਬਿੱਲ ਪਾਉਣ ਦਾ ਹੈ। ਮਤਲਬ ਆਪਣੀ ਮਰਜ਼ੀ ਨਾਲ 3000 ਤੋਂ ਵੱਧ ਨਹੀਂ ਪਾ ਸਕਦਾ। 3000 ਦਾ ਬਿੱਲ ਪਾਇਆ ਵੀ ਮੰਨ ਲਓ ਕੋਈ ਸਬਜ਼ੀ ਲਿਆਉਣੀ ਹੈ, 3000 ਦਾ ਪਾ ਸਕਦਾ, 3000 ਤੋਂ ਵੱਧ ਨਹੀਂ ਪਾ ਸਕਦਾ। ਮਤਲਬ 20, 30, 40, 50,000 ਦਾ ਨਹੀਂ ਪਾ ਸਕਦਾ। ਹਰ ਚੀਜ਼ ਜਿਹੜੀ ਆ ਕੋਈ ਪ੍ਰੋਗਰਾਮ ਕਰਨਾ ਉਹਦੇ ਲਈ ਪਹਿਲਾਂ ਕੇਂਦਰੀ ਦਫ਼ਤਰ ਨੂੰ ਜਾਏਗਾ ਕਿ ਅਸੀਂ ਆਹ ਪ੍ਰੋਗਰਾਮ ਕਰਨਾ ਚਾਹੀਦਾ, ਇਹਦੇ ਤੇ ਇੰਨਾ ਖਰਚਾ ਹੋਏਗਾ। ਤੇ ਫਿਰ ਉੱਥੇ ਜਿਹੜੇ ਬੈਠੇ ਲੋਕ ਆ ਉਹ ਕਹਿੰਦੇ ਆ ਵੀ ਪਿਛਲੇ ਸਾਲ ਕਿੰਨਾ ਖਰਚਾ ਹੋਇਆ ਸੀ,
ਉਹਦਾ ਮੁਕਾਬਲਾ ਵੱਧ ਤੋਂ ਵੱਧ ਉਹਦਾ 10% ਵਧਾ ਕੇ ਗਾਂ ਕਰਦੇ ਆ। ਇਹ ਬੜੀਆਂ ਚੀਜ਼ਾਂ ਨੇ, ਜਦੋਂ ਤੁਸੀਂ ਇਹਦੇ ਅੰਦਰ ਜਾਓਗੇ ਅਸੀਂ ਚਾਹਾਂਗੇ ਕਿ ਤੁਹਾਡਾ ਬ੍ਰੇਨ ਔਨ ਟੀਵੀ ਜਦੋਂ ਮਰਜ਼ੀ ਚਾਹੇ ਗੁਰੂ ਦੀ ਗੋਲਕ ਦਾ ਕਿਵੇਂ ਜਿਹੜੀ ਹੁੰਦੀ ਆ ਉੱਥੇ ਪ੍ਰਬੰਧ ਕਿਵੇਂ ਚੱਲਦੇ ਨੇ, ਅਸੀਂ ਚਾਹਾਂਗੇ ਕਿ ਤੁਸੀਂ ਆਓ, ਅਸੀਂ ਤੁਹਾਨੂੰ ਇਸ ਸਿਸਟਮ ਦੀ ਪਰਦੇ ਦੇ ਅੰਦਰ ਜੋ ਕੁਝ ਹੋ ਰਿਹਾ ਉਹ ਤੁਹਾਨੂੰ ਸਾਰਾ ਕੁਝ ਦਿਖਾਈਏ। ਕਿਸੇ ਤਰ੍ਹਾਂ ਦੀ ਇਸ ਗੱਲ ਲਈ ਤੁਸੀਂ ਆਫਰ ਕੀਤਾ, ਅਸੀਂ ਸ਼ੁਕਰਗੁਜ਼ਾਰ ਹਾਂ। ਲੇਕਿਨ ਇੱਕ ਨਾ ਬੜੀ ਅਫਸੋਸਨਾਕ ਗੱਲ ਆ ਵੀ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ 100 ਸਾਲ ਹੋ ਗਏ ਆ, ਲੇਕਿਨ ਅੱਜ ਵੀ ਜਿਹੜੀ ਸਿੱਖ ਕੌਮ ਆ ਮੁਥਾਜ ਆ ਸੈਂਟਰ ਸਰਕਾਰ ਦੀ ਚੋਣਾਂ ਕਰਾਉਣ ਵਾਸਤੇ। ਤਾਂ ਇਹਨਾਂ 100 ਸਾਲਾਂ ਦੇ ਵਿੱਚ ਕੀ ਪੰਥ ਨੇ, ਜਿਵੇਂ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਰੇ ਇਕੱਠੇ ਹੋਏ ਆ, ਤਾਂ ਕਿ 100 ਸਾਲ ਜਦੋਂ ਇਹਨਾਂ ਸਮਾਂ ਨਿਕਲਿਆ ਸੀ ਉਦੋਂ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਨਹੀਂ ਸੀ ਕਰਵਾਈ ਜਾ ਸਕਦੀ ਕਿ ਜਿਹੜੀ ਇਲੈਕਸ਼ਨ ਹੋਏਗੀ ਸ਼੍ਰੋਮਣੀ ਕਮੇਟੀ ਦੀ ਉਹਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਦਖਲ ਨਹੀਂ ਹੋਏਗਾ, ਕਿਉਂਕਿ ਬਾਦਲ ਸਰਕਾਰ ਜਾਂ ਆਪਣੇ ਅਕਾਲੀ ਦਲ ਦੇ ਬੰਦੇ ਕਾਫੀ ਲੰਮਾ ਸਮਾਂ ਭਾਈਵਾਲ ਰਹੇ ਨੇ। ਸੋ ਇਸ ਤਰੀਕੇ ਦੀ ਜਿਹੜੀ ਤਰਮੀਮ ਸੀ ਸੰਵਿਧਾਨ ਦੇ ਵਿੱਚ ਹੋ ਸਕਦੀ ਸੀ, ਜਿਹਦੇ ਨਾਲ ਅੱਜ ਆਪਾਂ ਨੂੰ ਇੰਤਜ਼ਾਰ ਨਾ ਕਰਨਾ ਪੈਂਦਾ ਸਿੱਖਾਂ ਨੂੰ ਇਲੈਕਸ਼ਨ ਕਰਵਾਉਣ ਵਾਸਤੇ। ਇੱਥੇ ਕਮੀ ਰਹੀ ਹੈ ਜਾਂ ਨਹੀਂ ਰਹੀ? ਨਹੀਂ, ਦੇਖੋ ਇਹ ਗੱਲ ਨਹੀਂ ਹੈਗੀ ਇਹਦੇ ਵਿੱਚ ਤਾਂ ਸਗੋਂ ਤੇ ਇੱਕ ਜਿਹੜੀ ਸਾਡੇ ਤੋਂ ਪਾਸੇ ਦੀ ਇੱਕ ਕੇਂਦਰੀ ਏਜੰਸੀ ਆ, ਜੇ ਉਹ ਕਰਾਵੇ ਤੇ ਚੰਗਾ। ਉਹਦੇ ਨਾਲ ਕਰਾਉਣ ਨਾਲ ਮੇਰੀ ਜਾਤੀ ਜੋ ਗੱਲ ਆ ਕਿ ਉਹ ਜਿਹੜੀ ਆ ਉਹ ਪਾਰਦਰਸ਼ੀ ਹੋਊਗੀ। ਜੇ ਸਾਡੇ ਹੱਥ ਕਿਸੇ ਦੇ ਹੱਥ ਹੁੰਦੀ ਤੇ ਅਸੀਂ ਇਹਦੇ ਚ ਕਰਾਉਂਦੇ, ਕਈ ਵਾਰੀ ਨਾ ਕਰਾਉਂਦੇ। ਇਹ ਤਾਂ ਗੱਲ ਹੈਗੀ ਆ ਕਿ ਉਹਨੂੰ ਸਮੇਂ ਸਿਰ ਕਰਾਉਣੀ ਚਾਹੀਦੀ ਆ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਜਦੋਂ ਚੋਣਾਂ ਕਰਾਈਆਂ ਜਾਂਦੀਆਂ ਤੇ ਉਹ ਚੋਣਾਂ ਬਿਲਕੁਲ ਹੀ ਪਾਰਦਰਸ਼ੀ ਹੁੰਦੀਆਂ। ਕਿਉਂਕਿ ਜਿਹੜਾ ਜਿਵੇਂ MLA ਦੀ ਚੋਣ ਹੁੰਦੀ ਆ ਜਾਂ ਸਾਡੇ MP ਦੀ ਚੋਣ ਹੁੰਦੀ ਆ, ਬਿਲਕੁਲ ਉਸੇ ਤਰ੍ਹਾਂ ਦਾ ਕ੍ਰਾਈਟੇਰੀਆ ਦਿੱਤਾ ਜਾਂਦਾ। ਸਰਕਾਰ ਦਾ ਪੂਰਾ ਸਿਸਟਮ ਜਿਹੜਾ ਉਦੋਂ ਕੰਮ ਕਰਦਾ ਜਿਹੜਾ ਕਿ ਪਾਰਦਰਸ਼ੀ ਹੁੰਦਾ। ਸੋ ਇਹ ਇੱਕ ਚੰਗੀ ਗੱਲ ਆ। ਬਾਕੀ ਜਿਹੜੀ ਆ ਆਪੋ ਆਪਣੇ ਵਿਚਾਰ ਨੇ ਇਸ ਬਾਰੇ। ਪ੍ਰਧਾਨ ਜੀ, ਇੱਕ ਆਖਰੀ ਸਵਾਲ ਆ। ਬੰਦੀ ਸਿੰਘਾਂ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕਾਫੀ ਵੱਡਾ ਉਪਰਾਲਾ ਹੋ ਰਿਹਾ, ਲੇਕਿਨ ਇੱਕ ਆਵਾਜ਼ ਇਹ ਵੀ ਉੱਠ ਰਹੀ ਆ ਕਿ ਜਿਵੇਂ ਅਕਾਲੀ ਦਲ ਬਾਦਲ ਦਾ ਤੇ BJP ਦਾ ਕਾਫੀ, ਜਿਵੇਂ ਤੁਸੀਂ ਖੁਦ ਸ਼ਬਦ ਵਰਤੇ ਵੀ ਇੱਟ ਕੁੱਤੇ ਦਾ ਵੈਰ ਆ, ਤਾਂ ਮੰਨ ਲਓ ਇੱਕ ਐਗਜ਼ਾਮਪਲ ਹੈ ਕਿ ਜਿਸ ਬੰਦੇ ਨਾਲ ਕਿਸੇ ਦੀ ਦੁਸ਼ਮਣੀ ਹੋਏਗੀ ਤਾਂ ਉਹ ਬੰਦਾ ਕਿਵੇਂ ਚਾਹੇਗਾ ਕਿ ਮੰਨ ਲਓ ਮੇਰੀ ਕਿਸੇ ਨਾਲ ਦੁਸ਼ਮਣੀ ਹੈ, ਤੁਹਾਡੀ ਦੁਸ਼ਮਣੀ ਹੈ, ਤੁਹਾਡੇ ਕਹੇ ਤੇ ਉਹ ਬੰਦਾ ਕਿਵੇਂ ਚੰਗੀ ਗੱਲ ਕਰ ਸਕਦਾ, ਕਿਉਂਕਿ ਕ੍ਰੈਡਿਟ ਤੁਹਾਨੂੰ ਮਿਲੇਗਾ ਜਾਂ ਮੈਨੂੰ ਮਿਲੇਗਾ। ਸੋ ਇਹ ਜਿਹੜੀ ਅਗਵਾਈ ਹੁਣ SGPC ਕਰ ਰਹੀ ਹੈ ਜਾਂ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੋ ਰਿਹਾ, ਲੇਕਿਨ ਕਿਤੇ ਨਾ ਕਿਤੇ ਬਾਦਲ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਦਾ ਵੀ ਨਾਮ ਇਹਦੇ ਵਿੱਚ ਆ ਹੀ ਰਿਹਾ ਵੀ ਉਹ ਵੀ ਨਾਲ ਨੇ। ਤਾਂ ਕੀ ਤੁਹਾਨੂੰ ਲੱਗਦਾ ਵੀ ਹੁਣ BJP ਦੀ ਸਰਕਾਰ ਅਕਾਲੀ ਦਲ ਨੂੰ ਕ੍ਰੈਡਿਟ ਦੇਣ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਕਰੇਗੀ ਜਾਂ ਇਸ ਚੀਜ਼ ਨੂੰ ਹੋਰ ਡਿਲੇ ਕੀਤਾ ਜਾਏਗਾ ਕਿਉਂਕਿ ਅਕਾਲੀ ਦਲ ਵਿੱਚ ਆ ਗਿਆ? ਦੇਖੋ, ਮੈਂ ਬਹੁਤ ਸੋਹਣਾ ਸਵਾਲ ਆ ਤੁਹਾਡਾ ਜੀ। ਜੇ ਕੋਈ ਪ੍ਰਦਰਸ਼ਨ ਕਰਨਾ ਹੁੰਦਾ ਜਾਂ ਕੋਈ ਹੋਰ ਗੱਲ ਕਰਨੀ ਹੁੰਦੀ, ਕੋਈ ਮੋਰਚਾ ਲਾਉਣਾ ਹੁੰਦਾ, ਅਕਾਲੀ ਦਲ ਉਹਦੇ 'ਚ ਪੂਰਨ ਤੌਰ ਤੇ ਸਮਰੱਥ ਹੈ। ਵਰਕਰ ਅਕਾਲੀ ਦਲ ਦਾ ਹਾਲੇ ਵੀ ਕਾਇਮ ਇਹ ਇਸੇ ਕਰਕੇ ਨਹੀਂ ਕੀਤਾ ਗਿਆ ਕਿ ਇਹਨੂੰ ਕੱਲਾ ਅਕਾਲੀ ਦਲ ਨਹੀਂ ਕਰੇਗਾ। ਜਿਹੜੀ ਉੱਥੇ ਕਮੇਟੀ ਬਣਨੀ ਆ ਜਾਂ ਜਿਹੜੇ ਵੀ ਆਉਣੇ ਆ, ਕਮੇਟੀ ਦਾ ਹਾਲੇ ਐਲਾਨ ਹੋਣਾ, ਉੱਥੇ ਸਿਮਰਨਜੀਤ ਸਿੰਘ ਮਾਨ ਵੀ ਉੱਥੇ ਬੈਠੇ ਨੇ। ਉੱਥੇ ਦਿੱਲੀ ਕਮੇਟੀ ਦੇ ਜਿਹਨੂੰ ਆਪਾਂ ਕਹਿ ਰਹੇ ਹਾਂ ਵੀ ਜਿਹੜੀ ਅੱਜ ਦੀ ਤਰੀਕ 'ਚ ਉਹ BJP ਦੇ ਨਾਲ ਗਈ ਹੋਈ ਆ, ਉਹ ਵੀ ਉੱਥੇ ਬੈਠੀ ਆ। ਜਿਹੜੇ ਆਪਣਾ ਕੀ ਨਾ ਸਾਡੇ ਜਿਹੜੇ ਸੰਤ ਆਪਣੇ ਦਾਦੂਵਾਲ, ਉਹ ਵੀ BJP ਨੇ ਉੱਥੇ ਬਣਾਇਆ, ਉਹ ਵੀ ਵਿੱਚ ਨੇ। ਸੋ ਉਹਦੇ 'ਚ ਸਰਨਾ ਸਾਹਿਬ ਵੀ ਵਿੱਚ ਨੇ, GK ਜਿਨ੍ਹਾਂ ਦਾ ਝੁਕਾ ਰਿਹਾ ਪਿਛਲੇ ਦਿਨਾਂ 'ਚ BJP ਨਾਲ, ਉਹ ਵੀ ਵਿੱਚ ਨੇ। ਸੋ ਇੱਥੇ ਅਸੀਂ ਕੋਈ ਇੱਕ ਧਿਰ ਨੂੰ ਨਹੀਂ ਅੱਗੇ ਲਾ ਰਹੇ, ਇਹ ਸਮੁੱਚੇ ਰੂਪ ਵਿੱਚ ਲਾ ਰਹੇ ਹਾਂ। ਤੇ ਇਹ ਇਸ ਗੱਲ ਦਾ ਪ੍ਰਤੀਕ ਹੈ ਜਿਹੜਾ ਪਿਛਲੇ ਸਮੇਂ ਦੇ ਅੰਦਰ 40 ਜਥੇਬੰਦੀਆਂ ਜਿਨ੍ਹਾਂ ਦਾ ਆਪਸੀ, ਮੈਂ ਕਹਿਣ 'ਚ ਕੋਈ ਗਰੇਜ ਨਹੀਂ ਕਰਦਾ, ਕੋਈ ਬਹੁਤ ਚੰਗਾ ਏਕਾ ਨਹੀਂ ਸੀ, ਪਰ ਉਹਨਾਂ ਨੇ ਅਖੀਰ ਗੋਡਣੀਆਂ ਲਵਾਈਆਂ ਤੇ ਆਪਣੇ ਜਿਹੜੇ ਹੱਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਉਸ ਏਜੰਡੇ ਤੇ ਕਾਇਮ ਰਹੇ। ਏਜੰਡਾ ਇੱਕ ਸੀ ਉਹਨਾਂ ਦਾ। ਇਸੇ ਕਰਕੇ ਇੱਥੇ ਅਸੀਂ ਇਕੱਲਾ ਅਕਾਲੀ ਦਲ ਨਹੀਂ ਲੜ ਰਿਹਾ, ਅਕਾਲੀ ਦਲ ਉਹ ਸਾਰੇ ਕਾਸੇ ਦਾ ਇੱਕ ਹਿੱਸਾ ਵਾ। ਸੋ ਇਸ ਕਰਕੇ ਸਾਨੂੰ ਪੂਰਨ ਆਸ ਆ ਕਿ ਸਮੁੱਚੀ ਕੌਮ ਜਿਹੜੀ ਆ, ਕਿਉਂਕਿ ਮੀਟਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਕਿ ਉਸ ਦਿਨ ਨਹੀਂ ਸੀ ਆਈਆਂ, ਉਹਨਾਂ ਵੱਲੋਂ ਵੀ ਇਹ ਆ ਗਿਆ, ਕਹਿ ਲਓ ਵੀ ਵਿਸ਼ਵਾਸ ਕਿ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਸੋ ਇੱਕ ਚੰਗਾ ਮੁਹਾਜ਼ਾ ਜਿਹਦੇ 'ਚ ਰਾਜਨੀਤੀ ਨਾਲ ਸੰਬੰਧਿਤ, ਵੋਟ ਨਾਲ ਸੰਬੰਧਿਤ ਇੱਕ ਪੈਸੇ ਵੀ ਮਨਸ਼ਾ ਨਹੀਂ ਹੈਗੀ, ਜਿਹੜੀ ਅਸੀਂ ਇਹ ਤਾਂ ਕਰਕੇ ਕਹਿੰਦੇ ਹਾਂ ਕਿ ਇਹ ਜਿਹੜਾ ਇਹ ਸੰਗਠਨ ਹੈ ਜਾਂ ਏਕਾ ਵਾ, ਇਹ ਆਪਣੇ ਆਪ ਦੇ ਵਿੱਚ ਬੜਾ ਮਿਸਾਲੀ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਸਰਕਾਰਾਂ ਨੂੰ ਝੁਕਣਾ ਪਏਗਾ ਇਹਨਾਂ ਦੇ। ਇਹ ਸਾਡੇ ਨਾਲ ਸੀ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ। ਕਾਫੀ ਖੁੱਲ੍ਹ ਕੇ ਬੇਬਾਕੀ ਦੇ ਨਾਲ ਇਹਨਾਂ ਨੇ ਸਵਾਲਾਂ ਦਾ ਜਵਾਬ ਦਿੱਤਾ। ਸੋ ਅਸੀਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ, ਅੱਜ ਫਿਰ ਕਰਦੇ ਹਾਂ ਕਿ ਜਿਵੇਂ ਨਿਰਾਸ਼ਾ ਦੇ ਵਿੱਚ ਆ ਕੇ ਸਿੱਖ ਅਕਸਰ ਸੋਸ਼ਲ ਮੀਡੀਆ ਤੇ ਬੋਲਦੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਖਤਮ ਕਰ ਦੇਣਾ ਚਾਹੀਦਾ, ਇਹ ਇੱਕ ਇਤਿਹਾਸ ਦੀ ਸਭ ਤੋਂ ਵੱਡੀ ਗਲਤੀ ਹੋਏਗੀ ਜੇ ਸ਼੍ਰੋਮਣੀ ਕਮੇਟੀ ਨੂੰ ਖਤਮ ਕਰ ਦਿੱਤਾ ਗਿਆ। ਇਹਦੇ ਪ੍ਰਬੰਧਕੀ ਨਿਜ਼ਾਮ ਦੇ ਜੋ ਸੁਧਾਰ ਹੋ ਸਕਦੇ ਨੇ, ਜਿੱਥੇ ਖਾਮੀਆਂ ਨੇ ਉੱਥੇ ਮਿਲ ਬੈਠ ਕੇ ਆਪੋ ਆਪਣੇ ਸੁਜੈਸ਼ਨ ਦੇ ਕੇ ਸੁਧਾਰ ਕੀਤਾ ਜਾ ਸਕਦਾ ਆ। ਤੁਹਾਡੇ ਕੋਲ ਵੋਟ ਬੈਂਕ ਦੀ ਪਾਵਰ ਆ, ਤੁਸੀਂ ਉਹਦੇ ਨਾਲ ਵੀ ਆਪਣੇ ਨੁਮਾਇੰਦੇ ਭੇਜ ਕੇ ਆਪਣੀ ਗੱਲਬਾਤ
ਉੱਥੇ ਰੱਖ ਸਕਦੇ ਹੋ ਕਮੇਟੀ ਦੇ ਅੰਦਰ। ਲੇਕਿਨ ਇਸ ਨੂੰ ਖਤਮ ਕਰਨਾ ਤਾਂ ਫਿਰ ਇੱਕ ਸਵਾਲ ਇਹ ਵੀ ਬਣੇਗਾ ਕਿ ਤੁਹਾਡੀ ਲੋੜ ਪੈਣ ਦੇ ਉੱਪਰ ਤੁਹਾਡੀ ਨੁਮਾਇੰਦਗੀ ਕਿਹੜੀ ਧਿਰ ਕਰੇਗੀ, ਕਿਉਂਕਿ ਸਾਰੀਆਂ ਧਿਰਾਂ ਆਪਸ ਦੇ ਵਿੱਚ ਵੰਡੀਆਂ ਹੋਈਆਂ ਨੇ। ਤਾਂ ਸ਼੍ਰੋਮਣੀ ਕਮੇਟੀ ਇੱਕ ਸੰਸਥਾ ਤਾਂ ਹੈਗੀ ਹੈ ਨਾ, ਜਿੱਥੇ ਕੋਈ ਵੀ ਬੰਦਾ ਜਾ ਕੇ ਔਖੇ ਵੇਲੇ ਰੋਣੇ ਰੋ ਸਕਦਾ ਆ, ਤੇ ਸ਼੍ਰੋਮਣੀ ਕਮੇਟੀ ਬਾਂਹ ਫੜਦੀ ਵੀ ਹੈ। ਹਾਲਾਂਕਿ ਸਵਾਲ ਇਹ ਵੀ ਜਿਵੇਂ ਸਰਦਾਰ ਜੀ ਨੇ ਵੀ ਕਿਹਾ ਕਿ ਦੁੱਧ ਧੋਤੇ ਵੀ ਨਹੀਂ ਹੈਗੇ, ਗਲਤੀਆਂ ਕਮੀਆਂ ਹੈਗੀਆਂ ਨੇ, ਲੇਕਿਨ ਉਹ ਕਮੀਆਂ ਲੱਭ ਕੇ ਪਛਾਣ ਕੇ ਸੁਧਾਰ ਕੀਤਾ ਜਾ ਸਕਦਾ ਆ। ਸੋ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ।